ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਜਿਹਦੀ ਅਸੀਂ ਤੁਹਾਨੂੰ ਰੋਜ਼ ਟੈਲੀਕਾਸਟ ਵੀ ਦਿਖਾ ਰਹੇ ਹਾਂ, ਰੋਜ਼ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਅਸੀਂ ਉਸੇ ਪਵਿੱਤਰ ਧਰਤੀ ਦੇ। ਤੇ ਜਾ ਕੇ ਵੀ ਮੈਂ ਆਇਆ ਉੱਥੇ, ਤੁਹਾਨੂੰ ਮੈਂ ਦੱਸਿਆ ਵੀ ਸੀਗਾ ਕਿ ਕਲਿਆਣ ਹੋਰਾਂ ਨਾਲ ਉੱਥੇ ਗੱਲਬਾਤ ਹੋਈ, ਮੁਲਾਕਾਤ ਹੋਈ। तो बड़े एक जहीन इंसान है, उत्थे बड़ी मेहनत कर रहे हैं। पहले इंसान है, पहले अपने गुरसिख ने जिन्होंने उत्थे PhD की है और पंजाबी दे प्रोफैसर भी ने और PhD भी की है गुरु नानक देव जी के उत्ते। इस परिवार की बड़ी वड्डी देन भी है उस ही गुरु घर नूं ते उत्थों दे सारी राजनीति बारे भी वाकफ ने। ये जिहड़ा मामला है जगजीत कौर वाला, इहदे नाल पहले दिन तो ये जुड़े हुए है। तो जिहड़े इहदे च पड़ाव आए है उहदे बारे ये वाकफ ने। ਤੇ ਹੁਣ ਜਿਹੜਾ ਫੈਸਲਾ ਆਇਆ ਹੈ ਲਾਹੌਰ ਹਾਈ ਕੋਰਟ ਦਾ, ਉਹਦੇ ਬਾਰੇ ਜਿਹੜਾ ਉਸਦਾ ਸਿੱਖ ਭਾਈਚਾਰਾ ਹੈ ਉਹ ਕੀ ਮਹਿਸੂਸ ਕਰ ਰਿਹਾ ਇਹਦੇ ਬਾਰੇ, ਇਸ ਤੋਂ ਪਹਿਲਾਂ ਕਿ ਇਹਦੀ ਕੋਈ ਬਹੁਤ ਵੱਡੀ ਧਾਰਮਿਕ ਰੰਗਤ ਇਹਨੂੰ ਦਿੱਤੀ ਜਾਵੇ, ਇਹ ਮਾਮਲਾ ਕੁਝ ਹੋਰ ਦਾ ਹੋਰ ਬਣ ਜਾਵੇ, ਬੈਟਰ ਹੈ ਕਿ ਅਸੀਂ ਇਹਨਾਂ ਤੋਂ ਪੁੱਛ ਲਈਏ ਕਿ ਉੱਥੇ ਸਿਚੁਏਸ਼ਨ ਕੀ ਹੈ। ਕਲਿਆਣ ਜੀ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ। ਤਾਂ ਇਹ ਬੜਾ ਵੱਡਾ ਇਸ਼ੂ ਬਣ ਗਿਆ ਸੀ, ਤੁਸੀਂ ਵੀ ਗਵਰਨਰ ਸਾਹਿਬ ਨੂੰ ਮਿਲੇ ਸੀ, ਦੋਨੋਂ ਪਾਸਿਆਂ ਦੇ ਪਰਿਵਾਰ ਮਿਲੇ ਸੀ। ਲੜਕੀ ਨੂੰ ਉਸ ਵੇਲੇ ਤੁਹਾਡੇ ਮੈਂ ਕਿਹਾ ਕੋਈ ਦਾਰੁਲ ਇਸਲਾਮ ਕੋਈ ਜਿਹੜਾ ਸ਼ੈਲਟਰ ਭੇਜ ਦਿੱਤਾ ਗਿਆ ਸੀ, ਪਰ ਇਹ ਮਾਮਲਾ ਚੱਲਦਾ ਰਿਹਾ ਕੋਰਟ 'ਚ। ਹੁਣ ਕੋਰਟ ਦਾ ਕੱਲ ਫੈਸਲਾ ਆਇਆ, ਉਹ ਵੀ ਹਾਈ ਕੋਰਟ ਦਾ ਫੈਸਲਾ ਹੈ, ਕੀ ਜਾਣਕਾਰੀ ਹੈ? ਬਿਲਕੁਲ ਜੀ, ਕੋਰਟ ਨੇ ਸਭ ਤੋਂ ਪਹਿਲਾਂ ਤਾਂ ਇਹ ਵੇਖਣਾ ਹੁੰਦਾ ਹੈ ਕਿ ਇਸ ਦਾ ਨਿਕਾਹ ਵੇਖਣਾ ਹੁੰਦਾ ਹੈ, ਕਿਉਂਕਿ ਨਿਕਾਹ ਦੇ ਵਿੱਚ ਜਿਹੜੀ ਤਾਰੀਖ ਸੀ ਔਰ ਫਿਰ ਉਹਦਾ ਬਰਥ ਸਰਟੀਫਿਕੇਟ ਵਗੈਰਾ ਕਿ ਕੁੜੀ ਬਾਲਗ ਸੀ, ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਜੀ। ਇਹੋ ਹੀ ਚੀਜ਼ ਜਿਹੜੀ ਹੈ ਕਿ 18 ਸਾਲ ਤੋਂ ਉੱਤੇ ਔਰ ਜਿਹੜੀ ਹੈ ਹਾਲਾਂਕਿ ਇਹਨਾਂ ਦੇ ਲਾਜ਼ ਦੇ ਮੁਤਾਬਕ ਜਿਹੜਾ ਹੈ ਇਹਨਾਂ ਦੇ ਧਾਰਮਿਕ ਲਾਜ਼ ਜਿਹੜੇ ਨੇ ਉਹ ਤੇ 13 ਸਾਲ ਦੀ ਕੁੜੀ ਨੂੰ ਬਾਲਗ ਕਰਦੇ ਨੇ, ਪਰ ਜਿਹੜਾ ਸਟੇਟ ਲਾਜ਼ ਨੇ ਉਸ 18 ਸਾਲ ਦੇ ਕੁੜੀ ਨੂੰ ਬਾਲਗ ਕਰਾਰ ਦਿੰਦੇ ਨੇ। ਇਹਦੇ ਵਿੱਚ ਫਿਰ ਉਹਨਾਂ ਦਾ ਜਿਹੜਾ ਇੱਕ ਬਹੁਤ ਧਾਰਮਿਕ ਜਿੱਥੋਂ ਇਹਨਾਂ ਨੇ ਉਹ ਕਰਾਇਆ ਸੀ, ਆਪਣਾ ਨਿਕਾਹ ਕਰਾਇਆ ਸੀ, ਉਸ ਦੀ ਵਜ੍ਹਾ ਤੋਂ ਜਿਹੜਾ ਹੈ ਇਸ ਮਸਲੇ ਨੂੰ ਜ਼ਿਆਦਾ ਹਵਾ ਮਿਲੀ, ਕਿਉਂਕਿ ਧਾਰਮਿਕ ਇਸ਼ੂ ਬਣ ਗਿਆ ਹੈ, ਇੱਕ ਟਸਲ ਸ਼ੁਰੂ ਹੋ ਗਈ ਹੈ ਦੋ ਧਰਮਾਂ ਦੇ ਦਰਮਿਆਨ। ਔਰ ਇਹਦੇ ਵਿੱਚ ਇਹ ਵੀ ਸੀ ਕਿ ਮੈਂ ਆਪਣੇ ਇਸ ਦੇ ਵਿੱਚ ਇਹ ਦੱਸਾਂਗਾ ਕਿ ਆਖਰ ਦੇ ਵਿੱਚ ਇੱਕ ਹੱਦ ਹੁੰਦੀ ਹੈ ਜਿਸ ਦੇ ਵਿੱਚ ਕੁੜੀ ਫਾਈਟ ਕਰ ਸਕਦੀ ਹੈ, ਔਰ ਕੁੜੀ ਜਿਸ ਵੇਲੇ ਜਿਸਮਾਨੀ ਤੌਰ ਤੇ ਟੌਰਚਰ ਹੋ ਜਾਵੇ, ਜ਼ਹਿਨੀ ਤੌਰ ਤੇ ਟੌਰਚਰ ਹੋ ਜਾਵੇ, ਫਿਰ ਕਿਸੇ ਹੱਦ ਤੱਕ, ਕਿਉਂਕਿ 1 ਸਾਲ ਪੂਰੇ ਹੋਣ ਵਾਲੇ ਆ, ਸੋ ਇਸ ਦੇ ਵਿੱਚ ਇੱਕ ਬੜਾ ਇਹ ਵੀ ਮਸਲਾ ਰਿਹਾ ਕਿ 1 ਸਾਲ ਦੇ ਵਿੱਚ ਇਹ ਟੌਰਚਰ ਹੁੰਦੀ ਰਹੀ ਹੈ। ਹਾਈ ਕੋਰਟ ਦੇ ਵਿੱਚ ਫੈਸਲਾ ਜਿਹੜਾ ਸੀ ਉਹ ਚੱਲਦਾ ਰਿਹਾ ਔਰ ਇਹ ਕੁੜੀ ਦਾਰੁਲ ਅਮਾਨ 'ਚ ਰਹੀ ਹੈ, ਦਾਰੁਲ ਅਮਾਨ ਵੀ ਕਿਉਂਕਿ ਇਹਨਾਂ ਦੇ ਇਸਲਾਮਿਕ ਲਾਜ਼ ਦੇ ਅੰਡਰ ਹੈ। ਸੋ ਉਹ ਸਾਰੇ ਚੀਜ਼ਾਂ ਨੂੰ ਅਗਰ ਵੇਖਿਆ ਜਾਏ ਤੇ ਜਿਹੜਾ ਹੈ ਆਖਰਕਾਰ ਕੁੜੀ ਨੇ ਹਥਿਆਰ ਛੱਡ ਦਿੱਤੇ। ਤੋ ਇਹ ਹੁਣ ਕੋਰਟ ਨੇ ਜੱਜ ਦੇ ਸਾਹਮਣੇ ਬਿਆਨ ਦਿੱਤੇ ਹੋਣਗੇ। ਹੁਣ ਇਸ ਵੇਲੇ ਜਿਹੜਾ ਇਹ ਇਸ਼ੂ ਹੈ ਇਹ ਨੋ ਡਾਊਟ ਰਿਲੀਜੀਅਸ ਦਾ ਇਸ਼ੂ ਹੈ ਹੀ ਹੈ, ਪੋਲੀਟੀਕਲ ਇਸ਼ੂ ਵੀ ਹੈ, ਕਿਉਂਕਿ ਇੱਕ ਪਾਸੇ ਸਿੱਖ ਧਰਮ ਦੇ ਲੋਕ ਨੇ ਜਿਨ੍ਹਾਂ ਦਾ ਦੋਸ਼ ਸੀਗਾ ਕਿ ਬਈ ਇਹ ਲੜਕੀ ਨੂੰ ਜ਼ਬਰਨ ਇਹਦਾ ਧਰਮ ਪਰਿਵਰਤਨ ਕੀਤਾ ਗਿਆ ਹੈ, ਕਿਡਨੈਪ ਕੀਤਾ ਗਿਆ, ਅਦਾਲਤ ਦਾ ਫੈਸਲਾ ਹੁਣ ਆ ਗਿਆ ਹੈ। ਤੋ ਕੋਈ ਕਮਿਊਨਿਟੀ ਕਿਵੇਂ ਲੈ ਰਹੀ ਹੈ, ਸਿੱਖ ਕਮਿਊਨਿਟੀ ਭਾਈਚਾਰਾ ਕਿਵੇਂ ਲੈ ਰਿਹਾ ਇਸ ਗੱਲ ਨੂੰ ਉੱਥੇ ਲੋਕਲ? ਦੇਖੋ ਯਾਰ ਵੀਰ ਜੀ, ਮੈਂ ਇਹਨੂੰ ਆਪਣੀ ਸਕਸੈਸ ਕਹਿੰਦਾ ਹਾਂ ਇਸ ਤਰ੍ਹਾਂ ਕਿ ਜਿਹੜਾ ਹੈ 1 ਸਾਲ ਤੱਕ ਤੁਸੀਂ ਫਾਈਟ ਕਰਦੇ ਹੋ, ਏਡੀ ਲੰਮੀ ਫਾਈਟ ਨਹੀਂ ਹੋ ਸਕਦੀ ਹੈ, ਕਦੀ ਵੀ ਨਹੀਂ ਹੋਈ ਹੈ। ਜਦੋਂ ਕਿਡਨੈਪ ਹੁੰਦੀ ਹੈ ਤਾਂ ਬਹੁਤ ਛੇਤੀ ਇਸਲਾਮ ਕਬੂਲ ਕੀਤਾ ਜਾਂਦਾ ਹੈ ਔਰ ਵਿਦਿਨ 21 ਡੇਜ਼ ਦੇ ਵਿੱਚ ਫੈਸਲਾ ਹੋ ਜਾਂਦਾ ਹੈ, ਇਹ ਸੀ। ਲੇਕਿਨ ਇਸ ਦੇ ਵਿੱਚ ਮੈਂ ਕੁੜੀ ਦੇ ਪਰਿਵਾਰ ਨੂੰ, ਸਮੂਹ ਸਾਧ ਸੰਗਤ ਪਾਕਿਸਤਾਨ ਨੂੰ, ਕਿ ਉਹਨਾਂ ਨੇ ਇਸ ਹੱਦ ਤੱਕ ਇਸ ਕੇਸ ਨੂੰ ਲੰਬਾ ਲੈ ਲਿਆ ਤਾਂ ਕਿ ਹੁਣ ਜਿਹੜੀ ਸਟੇਟ ਆਫ ਪਾਕਿਸਤਾਨ ਦੀ ਸਟੇਟ ਨੂੰ ਵੀ ਸਮਝ ਆ ਗਈ ਹੈ ਕਿ ਸਾਡੇ ਲਾਜ਼ ਦੇ ਵਿੱਚ ਘੱਟ ਗਿਣਤੀਆਂ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਕਲਿਆਣ ਜੀ ਕੁਐਸਚਨ ਇਹ ਹੈ ਕਿ ਜਦੋਂ ਰੈਗੂਲਰ ਇੱਕ ਧਰਮ ਦੇ ਵਿੱਚ ਹੀ ਵਿਆਹ ਹੁੰਦਾ ਫਿਰ ਤੇ ਕੋਈ ਵੱਡੀ ਗੱਲ ਨਹੀਂ, ਲੇਕਿਨ ਜਦੋਂ ਅਕ੍ਰੋਸ ਰਿਲੀਜਨ ਕੋਈ ਸ਼ਾਦੀ ਹੁੰਦੀ ਹੈ ਇਹ ਬੜਾ ਸੈਂਸਿਟਿਵ ਮੁੱਦਾ ਬਣ ਜਾਂਦਾ, ਔਰ ਉਹ ਵੀ ਖਾਸ ਤੌਰ 'ਤੇ ਜਦੋਂ ਕੋਈ ਮਾਈਨੋਰਿਟੀ ਤੋਂ ਕੋਈ ਲੜਕੀ ਹੋਵੇ। ਤਾਂ ਉਹ ਪਿਛਲੇ ਦਿਨਾਂ 'ਚ ਮੈਨੂੰ ਚੇਤਾ, ਉਦੋਂ ਅਸੀਂ ਗਵਰਨਰ ਸਾਹਿਬ ਨਾਲ ਵੀ ਗੱਲ ਕੀਤੀ, ਉਹਨਾਂ ਨੇ ਅਸ਼ੋਰ ਕੀਤਾ ਕਿ ਨਹੀਂ, ਜਦੋਂ ਕੋਈ ਇਹੋ ਜਿਹਾ ਅਕ੍ਰੋਸ ਦਾ ਰਿਲੀਜਨ ਕੋਈ ਮੈਰਿਜ ਹੋਏਗੀ ਉਹ ਬਹੁਤ ਹਾਇਰ ਅਥਾਰਟੀ ਤੋਂ ਜਾ ਕੇ ਉਹਨੂੰ ਅਟੈਸਟ ਕੀਤਾ ਜਾਵੇਗਾ ਤਾਂ ਉਸ ਨੂੰ ਮਾਨਤਾ ਮਿਲੇਗੀ। ਇਸ ਵੇਲੇ ਅਗਰ ਵੇਖਿਆ ਜਾਵੇ ਤਾਂ ਸਭ ਤੋਂ ਵੱਡੀ ਕੋਰਟ ਹੈ
ਹਾਈ ਕੋਰਟ ਜਿਹੜੀ ਹੈ ਉਹ ਇਸ ਨੂੰ ਅਗਰ ਕੋਈ ਚੈਲੰਜ ਕਰ ਸਕਦਾ ਹੈ ਤਾਂ ਸੁਪਰੀਮ ਕੋਰਟ ਤੇ ਇਸਲਾਮਾਬਾਦ ਤੋਂ ਚੈਲੰਜ ਕਰ ਸਕਦਾ ਹੈ, ਲੇਕਿਨ ਹਾਈ ਕੋਰਟ ਜਿਹੜੀ ਹੈ ਕੋਰਟਸ ਵੱਡੀ ਨੇ ਔਰ ਇੱਥੇ ਤੱਕ ਫੈਸਲਾ ਜਾਣਾ ਜਿਹੜਾ ਹੈ ਉਹ ਵੀ ਇੱਕ ਮੁਸ਼ਕਲ ਪ੍ਰੋਸੀਜਰ ਹੈ, ਕਿਉਂਕਿ ਛੋਟੀ ਕੋਰਟਸ ਜਿਹੜੇ ਨੇ ਉਹਦੇ ਵਿੱਚ ਬਿਲਕੁਲ ਹੀ ਇੱਕ ਤਰਫਾ ਫੈਸਲੇ ਹੁੰਦੇ ਹਨ ਔਰ ਇੱਥੇ ਤੱਕ ਜਾਣਾ ਔਰ ਫਿਰ 6 ਮਹੀਨੇ ਤੱਕ ਇਸ ਨੂੰ ਇਸ ਤਰ੍ਹਾਂ ਵੇਖਣਾ, ਇਹ ਇੱਕ ਮੇਰੇ ਖਿਆਲ ਹੈ ਕਿ ਵੱਡੀ ਗੱਲ ਸੀ। ਲੇਕਿਨ ਹਜੇ ਤੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹਜੇ ਤੱਕ ਉਹਨੂੰ ਇੰਪਲੀਮੈਂਟ ਹੋਣਾ, ਕਿਉਂਕਿ ਸਮਾਜੀ ਤੌਰ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਟੇਟ ਨੂੰ ਵੀ ਔਰ ਜਿਹੜੇ ਸਾਡੀ ਪੋਲੀਟੀਕਲ ਪਾਰਟੀਜ਼ ਨੂੰ ਵੀ। ਯਾਨੀ ਪਿਛਲੇ ਦਿਨੋਂ ਸਿਰਫ ਇੱਕ ਬੰਦੇ ਨੇ ਇੰਨੀ ਗੱਲ ਕੀਤੀ ਸੀ ਕਿ ਸਾਰੇ ਧਰਮ ਬਰਾਬਰ ਨੇ, ਇੱਕ ਮਿਨਿਸਟਰ ਨੇ ਇੰਨੀ ਗੱਲ ਕੀਤੀ ਤਾਂ ਉਹਨਾਂ ਨੂੰ ਉਹਦੇ ਘਰ ਨੂੰ ਸਾਰਾ ਕੁਝ ਸਾੜ ਕੇ ਸਵਾਹ ਕਰਤਾ ਕਿ ਸਾਰੇ ਧਰਮ ਬਰਾਬਰ ਨਹੀਂ ਹੈ, ਸਾਡਾ ਜਿਹੜਾ ਹੈ ਧਰਮ ਸਾਰਿਆਂ ਤੋਂ ਉੱਚਾ ਹੈ, ਅਸੀਂ ਸਾਰਿਆਂ ਤੋਂ ਅਜ਼ੀਮ ਆ। ਇਹ ਇੱਕ ਬਹਿਸ ਸ਼ੁਰੂ ਹੋ ਗਈ ਸੀ ਔਰ ਅਸੀਂ ਜਿਹੜੇ ਹਾਂ ਉਹ ਘਰ ਦੇ ਵਿੱਚ ਬਹਿ ਗਏ ਹਾਂ। ਦੂਸਰੀ ਤਰਫ ਮੈਂ ਇੱਕ ਇਸ਼ਾਰਾ ਹੋਰ ਵੀ ਕਰਾਂਗਾ ਕਿ ਅਗਰ ਤੁਸੀਂ ਬਾਰਡਰ ਪਾਰ ਵੇਖੋਗੇ ਤੇ ਉੱਥੇ ਵੀ ਸਖਤੀ ਸਾਹਮਣੇ ਆ ਰਹੀ ਹੈ। ਉੱਥੇ ਜਦੋਂ ਤੁਸੀਂ ਉੱਥੇ ਕੋਈ ਇਸ ਤਰ੍ਹਾਂ ਦਾ ਰਾਮ ਮੰਦਿਰ ਦੀ ਗੱਲ ਹੋ ਰਹੀ ਹੈ ਜਾਂ ਫਿਰ ਉਹ ਬਾਬਰੀ ਮਸਜਿਦ ਦੀ ਢਾਣ ਦੀ ਗੱਲ ਹੋ ਰਹੀ ਹੈ ਤੇ ਇੱਥੇ ਆਟੋਮੈਟਿਕਲੀ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖਾਂ ਵਾਸਤੇ ਹਾਲਾਤ ਖਰਾਬ ਹੋ ਜਾਂਦੇ ਹਨ। ਅੱਛਾ, ਇਹ ਪਹਿਲੀ ਵਾਰ ਨਹੀਂ ਹੋਇਆ, ਤੁਹਾਡੇ ਰੈਗੂਲਰਲੀ ਜਿਹੜੀਆਂ ਹਿੰਦੂ ਲੜਕੀਆਂ ਹੈ ਉਹਨਾਂ ਬਾਰੇ ਵੀ ਖਬਰਾਂ ਛਪਦੀਆਂ, ਕਦੀ ਪਰਿਵਾਰ ਤੋਂ ਲੜਕੀਆਂ ਚੁੱਕ ਕੇ ਲੈ ਗਏ, ਵਿਆਹ ਉਹਨਾਂ ਦਾ ਜ਼ਬਰਨ ਕਰ ਲਿਆ, ਧਰਮ ਉਹਨਾਂ ਦਾ ਪਰਿਵਰਤਨ ਕਰ ਲਿਆ, ਲੇਕਿਨ ਸੁਣਵਾਈ ਉਹਨਾਂ ਦੀ ਕੋਈ ਨਹੀਂ। ਬਿਲਕੁਲ ਐਸੀ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਲੇਕਿਨ ਜਗਜੀਤ ਕੌਰ ਦਾ ਕੇਸ ਇੱਥੇ ਤੱਕ ਜਾਣਾ ਕਿ ਤੁਸੀਂ 1 ਸਾਲ ਤੱਕ ਤੁਸੀਂ ਇਹਨੂੰ ਲਟਕਾ ਦੇਣਾ, ਇੱਥੇ ਤੱਕ ਲੈ ਕੇ ਜਾਣਾ ਬਹੁਤ ਮੁਸ਼ਕਲ ਪ੍ਰੋਸੀਜਰ ਹੈ। ਤੁਸੀਂ ਸਮਾਜ ਦੇ ਵਿੱਚ ਵਿਚਰ ਨਹੀਂ ਸਕਦੇ ਹੋ ਜਦ ਤੱਕ ਤੁਸੀਂ ਹਰ ਕੋਰਟ ਦੇ ਹਰ ਉਹਦੇ ਵਿੱਚ ਪੇਸ਼ੀ ਦੇ ਉੱਤੇ ਤੁਸੀਂ 40-40 50-50 ਸਿੱਖ ਜਾਂਦੇ ਸੀ ਔਰ ਇਹ ਇੱਕ ਮੁਸ਼ਕਲ ਕੰਮ ਸੀ। ਲੇਕਿਨ ਸੰਗਤ ਦੇ ਸਾਰੇ ਗਏ ਨੇ ਔਰ ਫੇਸ ਕੀਤਾ ਹੈ, ਡਿਸਕ੍ਰਿਮੀਨੇਸ਼ਨ ਫੇਸ ਕੀਤੀ ਹੈ। ਜਿਸ ਤਰ੍ਹਾਂ ਉਹਦੀ ਗੱਲ ਹੈ ਕਿ ਦੂਜੇ ਧਰਮਾਂ ਦੇ ਵਿੱਚ ਮੈਂ ਤੁਹਾਨੂੰ ਹੁਣੀ ਦੱਸਦਾ ਕਿ ਮੈਂਬਰ ਨੈਸ਼ਨਲ ਅਸੈਂਬਲੀ ਜਿਹੜਾ ਹੈ ਮੈਂਬਰ ਨੈਸ਼ਨਲ ਅਸੈਂਬਲੀ ਇੱਕ ਕ੍ਰਿਸਚਨ ਫੀਮੇਲ ਸੀ, ਉਹਨਾਂ ਦਾ ਧਰਮ ਪਰਿਵਰਤਨ ਹੋ ਗਿਆ ਹੈ ਪਿਛਲੇ 10 ਦਿਨਾਂ ਦੇ ਵਿੱਚ। ਕਾਫੀ ਮੁਸ਼ਕਿਲ ਫੈਸਲੇ ਕਰਨੇ ਪਏ ਸਟੇਟ ਨੂੰ ਕਿ ਮੈਂਬਰ ਪਾਰਲੀਮੈਂਟ ਨਹੀਂ ਬਖਸ਼ੇ ਜਾ ਰਹੇ ਆ, ਅਸੀਂ ਤਾਂ ਫਿਰ ਵੀ ਬਹੁਤ ਆਮ ਲੋਕ ਹਾਂ। ਇੱਕ ਤੁਹਾਡਾ ਜਿਹੜਾ ਬਲਾਸਫੈਮੀ ਵਾਲਾ ਜਿਹੜਾ ਇਹ ਕਾਨੂੰਨ ਹੈ ਇਹ ਬੜਾ ਖਤਰਨਾਕ ਕਾਨੂੰਨ ਹੈ ਔਰ ਇਹਦੇ ਤਹਿਤ ਜੇ ਜੋ ਇੱਕ ਵਾਰੀ ਫਤਵਾ ਦੇ ਦਿੱਤਾ ਮੁੜ ਕੇ ਵਾਪਸ ਹੀ ਨਹੀਂ ਹੁੰਦਾ। ਜੀ ਬਿਲਕੁਲ, ਇਸ ਦੇ ਉੱਤੇ ਪਿਛਲੇ ਦੇਖੋ ਕੇਸ ਦੇ ਉੱਤੇ ਗਵਰਨਰ ਤਾਸੀਰ ਸਾਹਿਬ ਦੀ ਮੌਤ ਹੋ ਗਈ, ਇਸ ਦੇ ਉੱਤੇ ਮਿਨੋਰਟੀ ਮਿਨਿਸਟਰ ਸ਼ਹਿਬਾਜ਼ ਸਲੇਮਰ ਭੱਟੀ ਦੀ ਮੌਤ ਹੋ ਗਈ, ਇਸ ਉੱਤੇ ਬਹੁਤ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਹੁਣ ਤੱਕ ਹਜ਼ਾਰਾਂ ਲੋਕ ਇਸ ਦੇ ਉੱਤੇ ਮਰ ਚੁੱਕੇ ਨੇ। ਇਹ ਨਹੀਂ ਜ਼ਿਆਦਾ ਜਿਹੜੇ ਹਨ ਉਹ ਮਿਨੋਰਟੀ ਤੋਂ ਜ਼ਿਆਦਾ ਆਪਸ ਚ ਮੈਜੋਰਿਟੀ ਇੱਕ ਦੂਜੇ ਦੇ ਉੱਤੇ ਫਤਵੇ ਲਾ ਕੇ ਮਾਰ ਦਿੰਦੀਆਂ ਹਨ ਕਿ ਇਹਨੇ ਬਲਾਸਫੈਮੀ ਕੀਤੀ ਹੈ ਔਰ ਇਹ ਪਾਕਿਸਤਾਨ ਦੇ ਵਿੱਚ ਦੁਨੀਆ ਭਰ ਤੋਂ ਵੱਖਰੇ ਕਾਨੂੰਨ ਹਨ ਬਲਾਸਫੈਮੀ ਦੇ। ਸੋ ਇਸ ਕਰਕੇ ਇੱਥੇ ਇਸ ਕਰਕੇ ਵੀ ਘੱਟ ਗਿਣਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ। ਅੱਛਾ, ਪਿਛਲੀ ਵਾਰੀ ਜਦੋਂ ਇਹ ਸਾਰਾ ਇਸ਼ੂ ਰੇਜ਼ ਹੋਇਆ ਸੀ ਅਸੀਂ ਉਹ ਵੀਡੀਓ ਦੇਖੀਆਂ, ਤੁਹਾਡੇ ਨਾਲ ਤੋਂ ਗੱਲ ਵੀ ਕੀਤੀ ਸੀ ਕਿ ਉਸ ਪਰਿਵਾਰ ਦੇ ਉਹ ਲੜਕੇ ਨੇ ਇੰਨੀ ਜ਼ਿਆਦਾ ਜੋ ਕੁਝ ਵੀ ਉਸ ਵੇਲੇ ਉਹ ਭੜਕਾਊ ਬਿਆਨ ਦਿੱਤੇ ਉਹਦੇ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਪੈਦਾ ਹੋ ਗਈ ਸੀ। ਗੁਰੂ ਘਰ ਤੇ ਪਥਰਾਵ ਹੋਇਆ ਨਨਕਾਣਾ ਸਾਹਿਬ ਤੇ, ਉਹ ਗੱਲ ਵੱਖਰੀ ਹੈ ਕਿ ਸਾਰੇ ਧਰਮਾਂ ਦੇ ਫਿਰ ਲੋਕ ਆਏ, ਪੁਲਿਸ ਨੇ ਕਾਰਵਾਈ ਕੀਤੀ, ਹਾਲਾਤ ਸ਼ਾਂਤ ਹੋਏ। तो आपसी भाईचारा जिहड़ा है उत्थे अपनी सिख कम्यूनिटी है वो किवें महसूस कर रही है इस वेले? देखो आपसी भाईचारा जिवें जदों इस तरह के हालात होणगे ते भाईचारा ज़ाहिर है खराब होएगा। फिलहाल ते कोई अच्छी खबर नहीं है साडे आपसी भाईचारे बारे, लेकिन आस्ता आस्ता लोग इस गल नूं भुल जाणगे और एक बारी फिर जिस वेले हालात ठीक हो जाणगे भाईचारा फिर शुरू होएगा। लेकिन फिलहाल टेंस दोवें तरफों टेंस ने हालात ठीक होने च काफी टाइम लगेगा। पर मैं इहदे विच एक गल जरूर करांगा जी, एक गल मैं जरूर करांगा कि अच्छे लोग भी है ने साडे वल इस टाइम बहुत ज्यादा लोग खड़े सी, अक्सरीयत जिहड़ी है वो साडे वल खड़ी है। उन्हां दी जिहड़ी धार्मिक आगूआं दी जिहड़ी धार्मिक सोच रखण वाली कट्टरपंथी जिहड़े लेकिन उन्हां कोल हथियार तगड़े ने जी।
ਕਲਿਆਣ ਜੀ ਥੈਂਕ ਯੂ ਸੋ ਮਚ। ਸਾਨੂੰ ਫਿਕਰ ਰਹਿੰਦਾ ਤੁਸੀਂ ਉੱਥੇ ਰਹਿੰਦੇ ਹੋ, ਔਰ ਪਹਿਲਾਂ ਤਾਂ ਤੁਹਾਡਾ ਅਸੀਂ ਬੜਾ ਦਿਲ ਤੋਂ ਸਾਰੇ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ। ਉਹ ਔਖੇ ਸਮੇਂ 'ਚ ਜਦੋਂ ਸਾਰੇ ਲੋਕ ਚਲੇ ਗਏ ਸੀ ਛੱਡ ਕੇ ਗੁਰੂ ਘਰ ਨੂੰ, ਤੁਹਾਡੇ ਪਰਿਵਾਰ ਨੇ, ਤੁਸੀਂ ਸਾਰਿਆਂ ਨੇ ਉਹ ਜਿਹੜੀ ਸੰਭਾਲ ਦਾ ਜਿਹੜਾ ਜੋ ਵੀ ਨਿਤਨੇਮ ਸੀ ਉਸ ਨੂੰ ਜਾਰੀ ਰੱਖਿਆ, ਔਰ ਅਜੇ ਵੀ ਤੁਸੀਂ ਬੜੇ ਮਨ ਦੇ ਨਾਲ ਸਾਰੇ ਲੋਕ ਉੱਥੇ ਜਿਹੜਾ ਸੇਵਾ ਕਰ ਰਹੇ ਹੋ, ਔਰ ਉਸ ਹਾਲਾਤ 'ਚ ਰਹਿ ਰਹੇ ਸੀ ਤੁਸੀਂ ਜਿੱਥੇ ਬਹੁਤ ਡਰ ਸੀ, ਪਰ ਤੁਸੀਂ ਉੱਥੋਂ ਹਟੇ ਨਹੀਂ, ਤੁਹਾਡਾ ਪਰਿਵਾਰ ਡਟਿਆ ਰਿਹਾ। ਔਰ ਅਸੀਂ ਸਮਝਦੇ ਹਾਂ ਦੂਰ ਬੈਠੇ ਇਹ ਸਾਰਾ ਤੁਹਾਡਾ ਜਿਹੜਾ ਪਰੇਸ਼ਾਨੀ ਹੈ, ਔਰ ਅਸੀਂ ਇੱਥੋਂ ਬੈਠ ਕੇ ਜੋ ਤੁਹਾਡੇ ਲਈ ਬਣ ਪਾਉਂਦਾ ਹੈ ਉਹ ਪਾਕਿਸਤਾਨ ਦੀ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹਾਂਗੇ। ਔਰ ਇਹ ਜੋ ਹੁਣ ਜਗਜੀਤ ਕੌਰ ਵਾਲਾ ਇਸ਼ੂ ਹੈ, ਡੈਫੀਨੇਟਲੀ ਤੁਸੀਂ ਕਹਿ ਹੀ ਰਹੇ ਹੋ ਕਿ ਹੁਣ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਸਿਵਾਏ ਇਸ ਨੂੰ ਐਕਸੈਪਟ ਕਰਨ ਦੇ, ਪਰ ਅੱਗੇ ਤੋਂ ਕੋਈ ਇਹੋ ਜਿਹੀ ਹੋਰ ਘਟਨਾ ਨਾ ਵਾਪਰੇ। ਸਰਕਾਰ ਨੂੰ ਬੜੇ ਹੀ ਸਖਤ ਕਾਨੂੰਨ ਮੇਰੇ ਖਿਆਲ ਦੇ ਵਾਸਤੇ ਬਣਾਉਣੇ ਚਾਹੀਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਲਾਸਟ ਕੁਝ ਕਹਿਣਾ ਚਾਹੁੰਦੇ ਹੋ ਕਲਿਆਣ ਜੀ? ਜੀ ਬਿਲਕੁਲ, ਮੈਂ ਇਹੋ ਹੀ ਕਹਿਣਾ ਚਾਹਾਂਗਾ ਸਾਡੀ ਸਾਹਿਬ ਕਿ ਸਾਰੇ ਮਸਲੇ ਦੇ ਵਿੱਚ ਤੁਹਾਡਾ, ਤੁਹਾਡੇ ਰੇਡੀਓ ਦਾ, ਟੀਵੀ ਦਾ, ਸਭ ਦਾ ਧੰਨਵਾਦ। ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਇਸ਼ੂ ਦੇ ਉੱਤੇ ਕੌਮ ਨੇ ਸਾਡਾ ਫਿਕਰ ਵੀ ਕੀਤਾ, ਸਾਡਾ ਸਾਥ ਦਿੱਤਾ। ਮੈਂ ਸਾਰੀ ਸਮੁੱਚੀ ਕੌਮ ਦਾ ਧੰਨਵਾਦ ਕਰਾਂਗਾ। ਔਰ ਇੱਕ ਗੱਲ ਮੈਂ ਕਹਾਂਗਾ ਕਿ ਹਜੇ ਹੋਰ ਵੀ ਜੁੜਨ ਦੀ ਲੋੜ ਹੈ ਸਿੱਖ ਕੌਮ ਦੀ ਪਾਕਿਸਤਾਨ, ਅਫਗਾਨਿਸਤਾਨ ਤੇ ਈਰਾਨ ਦੇ ਸਿੱਖਾਂ ਨਾਲ। ਤਾਈਓ ਹੀ ਅਸੀਂ ਤੁਹਾਡੀ ਵਿਰਸਾ ਸੰਭਾਲ ਸਕਾਂਗੇ ਜੇ ਅਸੀਂ ਆਪਣੀ ਕੌਮ ਨਾਲ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਇਹ ਸਨ ਕਲਿਆਣ ਸਿੰਘ ਹੋਰੀ ਨਨਕਾਣਾ ਸਾਹਿਬ ਤੋਂ ਗੱਲਬਾਤ ਕਰ ਰਹੇ ਸਨ। ਲਾਹੌਰ ਦੇ ਗਵਰਨਮੈਂਟ ਕਾਲਜ 'ਚ ਪ੍ਰੋਫੈਸਰ ਨੇ ਔਰ PhD ਕੀਤੀ ਹੈ ਇਹਨਾਂ ਨੇ ਪੰਜਾਬੀ ਦੇ ਵਿੱਚ ਉੱਥੇ ਰਹਿ ਕੇ, ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ PhD ਕੀਤੀ ਹੈ। ਬੜੇ ਹੀ ਇੱਕ ਪੜ੍ਹੇ ਲਿਖੇ ਇਨਸਾਨ ਔਰ ਅੱਛਾ ਪਰਿਵਾਰ, ਲੇਕਿਨ ਤੁਸੀਂ ਦਰਦ ਮਹਿਸੂਸ ਕਰ ਰਹੇ ਹੋਵੋਗੇ ਇਹਨਾਂ ਦਾ, ਜੋ ਦਿਲ ਦਾ ਦਰਦ ਹੈ, ਗੱਲ ਕਹਿ ਵੀ ਨਹੀਂ ਪਾ ਰਹੇ ਵਿਚਾਰੇ, ਇੰਨੇ ਡਰੇ ਹੋਏ ਹੈ।